I want to immigrate to Canada. Oh, well, you've come to the right place. Work visas, family applications, approvals, I can guarantee them. Fast, fast, fast. And I take cash. You take cash. Don't be the victim of a disappearing act. If something sounds too good to be true, it probably is. If you use an unauthorized representative, your application may be refused and you could be defrauded. Each year, Citizenship and Immigration Canada approves hundreds of thousands of immigration applications from those who use immigration representatives. But only some people are authorized to charge a fee to represent you on a Canadian immigration application. Find out who is an authorized representative and who can legally represent you by visiting our website. ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਦੇਸ਼ ਤੋਂ ਵਿਦੇਸ਼। ਮੈਂ ਰਿੱਕੀ ਡੋਗਰਾ ਇਸ ਮੰਚ ਦੇ ਉੱਪਰ ਫਿਰ ਹਾਜ਼ਰ ਹਾਂ ਤੇ ਤੁਸੀਂ ਹੁਣੇ ਜਿਹੜੀ ਸਕਰੀਨ 'ਤੇ ਆਪਣੀ ਵੀਡੀਓ ਦੇਖੀ ਹੈ ਉਹ ਸੀਗੀ CICC ਦੀ ਵੀਡੀਓ। CICC ਮਤਲਬ ਕਿ ਕੈਨੇਡਾ ਦੀ ਇੱਕ ਫਰਮ ਹੈ। ਆਪਾਂ ਕਹਿ ਸਕਦੇ ਕਿ ਕੈਨੇਡਾ ਦੇ ਇੱਕ ਗਵਰਨਿੰਗ ਬੋਡੀ ਹੈ ਜਿਹੜੀ ਕਿ ਤੁਹਾਡੇ ਵੀਜ਼ਾ ਦੇ ਉੱਪਰ ਕੰਮ ਕਰਦੀ ਹੈ ਔਰ ਉਹੀ ਬੰਦੇ ਇਸ ਦੇ ਵਿੱਚ ਲਿਸਟਡ ਹੁੰਦੇ ਨੇ ਜਿਹੜੇ ਇਹਨਾਂ ਨੇ ਜਿਹੜਾ ਕੋਰਸ ਕੀਤਾ ਹੁੰਦਾ। ਇੱਕ ਤਰ੍ਹਾਂ ਦਾ ਕੋਰਸ ਹੈ ਬੇਸਿਕਲੀ। ਡਾਕਟਰ ਰਵੀ ਦਾ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਸਿਲਸਿਲਾ ਜਿਹੜਾ ਸ਼ੁਰੂ ਕਰ ਰਹੇ ਹਾਂ ਗੱਲਬਾਤ ਦਾ ਔਰ ਉਹੀ ਦੱਸਣਗੇ ਕਿ CICC ਦਾ ਮਤਲਬ ਕੀ ਹੈ। ਸਭ ਸਵਾਗਤ ਹੈ ਜੀ, ਬਹੁਤ ਬਹੁਤ। ਰਿੱਕੀ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਰਿੱਕੀ ਜੀ, ਜਿਹੜੀ ਤੁਸੀਂ ਗੱਲ ਕੀਤੀ CICC ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ, ਮੇਰੇ ਦਰਸ਼ਕਾਂ ਨੂੰ, ਜਿਹੜੇ ਸਟੂਡੈਂਟਸ, ਪੇਰੈਂਟਸ ਨੂੰ ਇਹ ਮੇਰੀ ਰਿਕੁਐਸਟ ਕਿ ਤੁਸੀਂ ਕਾਪੀ ਪੈਨ ਲੈ ਕੇ ਲਿਖੋ ਜਿਹੜੀ ਵੀ ਇਨਫੋਰਮੇਸ਼ਨ ਗੱਲਬਾਤ ਹੁੰਦੀ ਹੈ ਤਾਂ ਕਿ ਭੁੱਲ ਨਾ ਜਾਈਏ। ਔਰ CICC ਇਕੱਠਾ ਵਰਡ ਹੈ, ਇਹ ਲਿਖ ਲਓ। ਔਰ ਗੂਗਲ 'ਤੇ ਉੱਪਰ ਸਟੂਡੈਂਟਸ ਅੱਜ ਕੱਲ੍ਹ ਬੜੇ ਟੈਕਨੋਲੋਜੀ ਦੇ ਵਿੱਚ ਬੜੇ ਮਾਹਿਰ ਨੇ, ਬੜੇ ਸਿਆਣੇ ਨੇ ਔਰ ਇੰਟਰਨੈਟ ਬਹੁਤ ਵਧੀਆ ਟੈਕਨੋਲੋਜੀ ਦਾ ਸਾਰਾ ਜਿਹੜਾ ਇੱਕ ਬੜਾ ਵਧੀਆ ਪਾਰਟ ਹੈਗਾ। ਸੋ CICC ਲਿਖ ਕੇ ਜਿਹੜੀ ਮੈਂ ਵਰਡ ਬੋਲਿਆ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਲਿਖਾਂਗੇ ਤੇ CICC ਦੀ ਵੈੱਬਸਾਈਟ 'ਤੇ ਚਲਾ ਜਾਏਗਾ। ਸਾਡੀ ਪਾਇਨੀਅਰ ਇਮੀਗ੍ਰੇਸ਼ਨ ਦੀ ਵੈੱਬਸਾਈਟ 'ਤੇ ਸਾਰੀ ਡਿਟੇਲ CICC ਬਾਰੇ ਦਿੱਤੀ ਹੋਈ ਹੈ। CICC ਦੀ ਵੈੱਬਸਾਈਟ 'ਤੇ ਸਾਰੀ ਡਿਟੇਲ ਦਿੱਤੀ ਹੈ। ਕੈਨੇਡਾ ਅੰਬੈਸੀ ਅਤੇ ਕੈਨੇਡਾ ਗੌਰਮੈਂਟ ਵੱਲੋਂ ਮਨਜ਼ੂਰਸ਼ੁਦਾ ਕੰਸਲਟੈਂਟਸ ਹੁੰਦੇ ਨੇ CICC ਦੇ ਮੈਂਬਰ। ਕੋਰਸ ਕਰਨ ਤੋਂ ਇਮੀਗ੍ਰੇਸ਼ਨ ਲਾਅ ਦਾ ਕੋਰਸ ਕਰਨਾ, IRPA ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ, IRPR ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਸ, ਜਿਸ 'ਤੇ ਸਾਰਾ ਕਾਨੂੰਨ ਜਿਹੜੇ ਪੋਲਿਸੀਜ਼ ਸਾਰੀ ਰੂਲ ਐਂਡ ਰੈਗੂਲੇਸ਼ਨ ਸਾਰੇ ਨੇ ਜਿਹੜੇ ਇਮੀਗ੍ਰੇਸ਼ਨ ਦੇ ਉਹ ਆਧਾਰਿਤ ਨੇ। ਉਹ ਸਾਰਾ ਇਮੀਗ੍ਰੇਸ਼ਨ ਲਾਅ ਦਾ ਕੋਰਸ ਪ੍ਰੋਗਰਾਮ ਪੜ੍ਹ ਕੇ IELTS ਪਾਸ ਕਰਕੇ ਉਸ ਤੋਂ ਬਾਅਦ ਮੈਂਬਰ ਬਣਿਆ ਜਾਂਦਾ, ਐਗਜ਼ਾਮ ਪਾਸ ਕਰਕੇ ਮੈਂਬਰਸ਼ਿਪ ਐਗਜ਼ਾਮੀਨੇਸ਼ਨਸ ਅਸੀਂ ਬਣਦੇ ਹਾਂ। ਔਰ ਇਹ ਸਾਰੀ ਡਿਟੇਲ ਜਿਸ ਤਰ੍ਹਾਂ ਮੈਂ ਦੱਸੀਆਂ ਵੈੱਬਸਾਈਟਸ 'ਤੇ ਜਿਹੜੀ ਹੈ ਕੈਨੇਡਾ ਅੰਬੈਸੀ ਦੀ ਵੈੱਬਸਾਈਟ cic.gc.ca, ਉੱਥੇ ਇੱਕ ਸਰਚ ਬਾਕਸ, ਉੱਥੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਲਿਖ ਕੇ ਇਹ ਸਾਰਾ ਦੇਖ ਸਕਦੇ ਹਾਂ ਕੌਣ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਨੇ। CICC ਮੈਂਬਰਸ ਦੀ ਲਿਸਟ ਖਾਸ ਤੌਰ ਤੇ ਇੱਕ ਜਿਹੜੀ ਫਾਈਲਸ ਅੰਬੈਸੀ ਵਿੱਚ ਲਗਾਉਂਦੇ ਆ ਉਸ ਦੇ ਵਿੱਚ ਇੱਕ ਫਾਰਮ ਲੱਗਦਾ ਹੈ ਆਥੋਰਾਈਜੇਸ਼ਨ ਆਫ ਰਿਪਰੈਜ਼ੈਂਟੇਟਿਵ। ਉਸ ਦਾ ਨੰਬਰ ਹੈਗਾ IMM 5476, IMM 5476। ਇਹ ਲਿਖਾਂਗੇ ਗੂਗਲ ਦੇ ਉੱਪਰ IMM 5476 ਲਿਖਦਾ ਇਕੱਲਾ ਤਦ ਵੀ ਆ ਜਾਏਗਾ, ਨਹੀਂ ਤਾਂ ਨਾਲ ਲਿਖ ਦਿਆ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਕੈਨੇਡਾ ਅਤੇ ਫਿਰ ਉਹ ਸਾਰਾ ਉਹ ਫਾਰਮ ਖੁੱਲ੍ਹ ਜਾਏਗਾ PDF ਦੇ ਵਿੱਚ। ਔਰ ਉਸ ਦੇ ਵਿੱਚ ਲਿਖਿਆ ਹੋਇਆ, ਇੱਕ ਥਾਂ 'ਤੇ ਲਿਖਿਆ ਹੋਇਆ ਕਿ ਤੁਹਾਡੇ ਰਿਪਰੈਜ਼ੈਂਟੇਟਿਵ ਦਾ CICC ਮੈਂਬਰਸ਼ਿਪ ਨੰਬਰ ਕਿੰਨਾ ਹੈਗਾ। ਇਹਦੇ 'ਚ ਵੀ ਇੱਕ ਨੰਬਰ ਹੈ, ਬੇਸਿਕਲੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਨੰਬਰ ਅਲਾਟ ਹੋਏ ਹੁੰਦੇ ਹੈ। ਬਿਲਕੁਲ, ਉਹ ਮੈਂਬਰਸ਼ਿਪ ਜਦੋਂ ਵੀ ਮੈਂਬਰਸ਼ਿਪ ਹੁੰਦੀ ਮੈਂਬਰਸ਼ਿਪ ਨੰਬਰ ਵੀ ਦਿੱਤਾ ਹੁੰਦਾ ਹੈ। ਸੋ ਮੇਰਾ R410 871 ਤੁਸੀਂ ਇਹ ਜਿਹੜਾ ਹੈ। ਫਿਰ ਉਹ ਜਿਹੜੀ CICC ਮੈਂਬਰਸ ਦੀ ਗੱਲ ਕਰਦਾ, ਇੰਨੀ ਸਾਰੀ ਵੈੱਬਸਾਈਟ CICC ਦੀ ਵੈੱਬਸਾਈਟ 'ਤੇ ਜਾ ਕੇ ਜਾਂ ਕੈਨੇਡਾ ਅੰਬੈਸੀ ਦੀ ਵੈੱਬਸਾਈਟ 'ਤੇ ਜਾਵਾਂਗੇ ਅਤੇ ਉਹ CICC ਦੀ ਵੈੱਬਸਾਈਟ 'ਤੇ ਲੈ ਜਾਣਗੇ ਅਤੇ ਉੱਥੇ ਜਿਹੜਾ ਹੈ ਨਾਮ ਪਾ ਕੇ ਜਾਂ ਕੰਪਨੀ ਦਾ ਨਾਮ ਪਾਇਨੀਅਰ ਇਮੀਗ੍ਰੇਸ਼ਨ ਪਾ ਕੇ ਸਾਰੀ ਡਿਟੇਲਸ ਕੰਪਨੀ ਜਿਹੜੀ ਲਾਇਸੈਂਸ ਦੀ ਔਰ ਸਾਰੀ ਮੈਂਬਰਸ਼ਿਪ ਦੀ ਔਰ ਉਸ ਦੇ ਬਾਰੇ CICC ਦੀ ਮੈਂਬਰਸ਼ਿਪ ਬਾਰੇ ਡਿਟੇਲਸ ਦੇਖ ਸਕਦੇ ਹਾਂ ਜੀ। ਬਿਲਕੁਲ। ਦੇਖੋ ਅੱਜ ਦਾ ਜਿਹੜਾ ਸ਼ੋਅ ਹੈ ਉਹ ਹੈ ਬੇਸਿਕਲੀ ਰਿਫਿਊਜ਼ਲ ਦੇ ਉੱਪਰ ਔਰ ਤੁਸੀਂ ਸਾਰੇ ਜਿਹੜੇ ਸ਼ੋਅ ਦੇਖ ਰਹੇ ਹੋ ਕਾਪੀ ਪੈਨ ਚੱਕ ਲਓ ਕਿਉਂਕਿ ਮੇਨ ਪੁਆਇੰਟ ਤੁਸੀਂ ਨੋਟ ਕਰ ਲੈਣਾ। ਜਦੋਂ ਵੀ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ ਜਾਣਾ ਹੈ ਤਾਂ ਉਹ ਪੁਆਇੰਟ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਔਰ ਨੰਬਰ ਜਿਹੜਾ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ 70613 70613, ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਜੋ ਵੀ ਤੁਹਾਡੀ ਆਪ ਦੀ ਕੋਈ ਵੀ ਕੁਐਸਚਨ ਹੈ, ਕੋਈ ਵੀ ਸਵਾਲ ਹੈ, ਉਹ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ। ਸਰ, ਆਪਾਂ ਗੱਲਬਾਤ ਕਰਨੀ ਹੈ ਅੱਜ ਦੇ ਸ਼ੋਅ ਦੇ ਵਿੱਚ ਰਿਫਿਊਜ਼ਲ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਰਿਫਿਊਜ਼ ਹੋਏ ਨੇ। ਇਹ ਆਪਾਂ ਨਹੀਂ ਕਹਿੰਦੇ ਕਿ 100% ਹੀ ਪਾਇਨੀਅਰ ਦਾ ਸਕਸੈਸ ਰੇਟ ਵੀ ਹੈ, ਕੁਝ ਬੱਚੇ ਇਹੋ ਜਿਹੇ ਵੀ ਹੁੰਦੇ ਨੇ। ਦੇਖੋ ਹਮੇਸ਼ਾ 70 80 90% ਇਸ ਤਰ੍ਹਾਂ
ਸਕਸੈਸ ਰੇਟ ਰਹਿੰਦਾ ਹੈਗਾ। ਡਿਪੈਂਡਸ ਕਿ ਉਹੀ ਕਿ ਨੰਬਰ ਤੁਹਾਡੇ ਕਿੰਨੇ ਨੇ, ਕਿਸੇ ਸਬਜੈਕਟ ਵਿੱਚ ਲੈਸ ਦੈਨ 50% ਹੋਣਗੇ, ਗੈਪ ਹੋਏਗਾ, ਬੈਂਡਸ ਕਿੰਨੇ ਨੇ, PTE TOEFL ਜਾਂ ਕੋਈ ਹੋਰ ਇੰਗਲਿਸ਼ ਦਾ ਟੈਸਟ ਕੀਤਾ ਹੈਗਾ। ਸੋ ਇਹ ਬੜੀ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿਹੜੇ ਕਾਲਜ ਯੂਨੀਵਰਸਿਟੀ ਤੋਂ ਤੁਹਾਡਾ ਜਿਹੜਾ ਹੈ ਪਾਸ ਕੀਤਾ ਹੋਇਆ ਹੈਗਾ। ਸੋ ਇਹ ਬੜੀ ਸਾਰੀਆਂ ਚੀਜ਼ਾਂ 'ਤੇ ਡਿਪੈਂਡ ਕਰਦਾ ਹੈਗਾ, ਕੋਰਸ ਕਿਹੜਾ ਹੈਗਾ। ਸੋ ਇਹ ਜਿਹੜੀ ਰਿਫਿਊਜ਼ਲ ਜਦੋਂ ਹੁੰਦੀ ਹੈ, ਮਤਲਬ ਇਹ ਕਿ 100 ਦੇ ਵਿੱਚੋਂ 70 80 90 ਕੇਸਿਸ ਦੇ ਵੀਜ਼ੇ, ਕੁਛ ਦੇ ਰਿਫਿਊਜ਼ਲਸ ਹੋਣਗੀਆਂ ਪੱਕੀ ਗੱਲ ਹੈ। ਅੱਛਾ, ਜਿਹੜੀ ਸਰ ਰਿਫਿਊਜ਼ਲ ਆਉਂਦੀ ਹੈ ਬੇਸਿਕਲੀ ਕਾਮਨ ਦੀ ਲਾਈਨ ਲਿਖੀ ਹੁੰਦੀ ਹੈ, ਤੁਹਾਡੇ ਲਈ ਤਾਂ ਕਾਮਨ ਦੀ ਲਾਈਨ ਇੱਕ ਛੋਟੀ ਜਿਹੀ, ਮਤਲਬ ਮੰਨ ਕੇ ਤੁਸੀਂ ਤਾਂ ਰੋਜ਼ ਹਜ਼ਾਰਾਂ ਬੱਚੇ ਡੀਲ ਕਰਦੇ ਹੋ, ਤੁਸੀਂ ਰੋਜ਼ 1000 ਕੇਸਿਸ ਜਿਹੜੇ ਤੁਹਾਨੂੰ ਤਾਂ ਮੈਨੂੰ ਲੱਗਦਾ ਕਿ ਕੋਰਸ ਦੇ ਨਾਮ, ਕਾਲਜ ਦੇ ਨਾਮ, A to Z ਹਰ ਚੀਜ਼ ਤੁਹਾਨੂੰ ਵੈਸੇ ਫਿੰਗਰਸ ਦੇ ਉੱਪਰ ਜਿਹੜਾ ਹੈ ਉਹ ਯਾਦ ਹੈ। ਔਰ ਅੱਛਾ, ਜਿਹੜਾ ਰਿਫਿਊਜ਼ਲ ਲੈਟਰ ਆਉਂਦੀ ਹੈ ਉਹਦੇ 'ਚ ਲਿਖਿਆ ਹੁੰਦਾ ਕਿ ਤੁਸੀਂ ਕੈਨੇਡਾ ਤੋਂ ਵਾਪਿਸ ਨਹੀਂ ਆਉਣਾ ਜੀ, ਇਸ ਕਰਕੇ ਅਸੀਂ ਤੁਹਾਨੂੰ ਵੀਜ਼ਾ ਇਸ਼ੂ ਨਹੀਂ ਕਰ ਰਹੇ। ਇੰਨੀ ਕੀ ਲਾਈਨ ਨੂੰ ਹੀ ਬੱਚਾ ਸੀਰੀਅਸ ਲੈ ਜਾਂਦਾ ਹੈ। ਔਰ ਕਿਤੇ ਮੈਂ ਦੇਖਿਆ ਕਿ ਬੱਚਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। ਫੈਮਿਲੀ ਜਿਹੜੀ ਹੈ ਉਹ ਇੰਨੀ ਪਰੇਸ਼ਾਨ ਹੋ ਜਾਂਦੀ ਹੈ ਕਿ ਇਹੋ ਜਿਹਾ ਸਾਡੇ ਕੰਸਲਟੈਂਟ ਨੇ ਫਾਈਲ ਦੇ ਵਿੱਚ ਕਿਆ ਲਗਾਤਾ, ਜਿਹਦੇ ਵਿੱਚ ਹੀ ਉਹਨਾਂ ਨੇ ਸਾਨੂੰ ਰਿਪਲਾਈ ਦਿੱਤਾ ਕਿ ਤੁਸੀਂ ਵਾਪਸ ਨਹੀਂ ਆਉਣਾ। ਹਾਲੇ ਅੱਛੇ ਬੈਂਡ ਵਾਲਾ ਬੱਚਾ ਜਿਹੜਾ ਹੈ 7-8 ਬੈਂਡ ਜਿਹਨਾਂ ਦੇ ਹੁੰਦੇ ਨੇ, ਅੱਛੇ ਨੰਬਰ ਜਿਹਨਾਂ ਦੇ +2 ਚ ਵਿੱਚ ਹੈਗੇ ਨੇ, ਅੱਛੇ ਸਕੋਰ ਲੈ ਕੇ ਆਉਂਦੇ ਨੇ, ਉਹ ਵੀ ਰਿਫਿਊਜ਼। ਔਰ ਸਿਰਫ ਇੰਨੀ ਕੀ ਲਾਈਨ ਦੇ ਵਿੱਚ ਲਿਖਿਆ ਹੁੰਦਾ ਕਿ ਤੁਸੀਂ ਵਾਪਸ ਨਹੀਂ ਆਉਣਾ। ਇਹਦੇ ਪਿੱਛੇ ਕਿਆ ਸੱਚਾਈ ਹੈ? ਮਤਲਬ ਇਹਦੇ ਅਗਰ ਇੰਨੀ ਕੀ ਲਾਈਨ ਕਿਸੇ ਦੇ ਰਿਫਿਊਜ਼ਲ ਦੇ ਵੀ ਲਿਖੀ ਹੁੰਦੀ ਹੈ ਤਾਂ ਉਹਨੂੰ ਘਬਰਾਉਣ ਦੀ ਲੋੜ ਹੈਗੀ ਹੈ? ਦੇਖੋ, ਤੁਹਾਡੀ ਬਿਲਕੁਲ ਸਹੀ ਹੈ। ਇੱਕ ਤਾਂ ਵੱਡੀ ਗੱਲ ਇਹ ਹੈ ਕਿ ਇੱਕ ਸਾਈਕੋਲੋਜੀਕਲ ਜਿਹੜਾ ਹੈ, ਮੈਂ ਸਾਈਕੋਲੋਜੀ ਜਿਹੜੀ ਸਟੂਡੈਂਟਸ ਦੀ ਔਰ ਉਹਨਾਂ ਦੇ ਪੇਰੈਂਟਸ ਦੀ ਦੇਖੀ ਕਿ ਪਹਿਲਾਂ ਮੈਂ ਡਾਕਟਰੀ ਕੀਤੀ, ਹਸਪੀਟਲ ਚਲਾਇਆ ਬੜੇ ਸਾਲ, ਔਰ ਬੜਾ ਇਹ ਹੁੰਦਾ ਸੀਗਾ ਕਿ ਕੋਈ ਦਵਾਈ ਰਿਐਕਸ਼ਨ ਕਰ ਗਈ ਜਾਂ ਕਿ ਬਿਮਾਰੀ ਠੀਕ ਹੋਣ ਨੂੰ ਟਾਈਮ ਲੱਗ ਗਿਆ ਅਤੇ ਉਲਟੀਆਂ ਜਾਂ ਹੋਰ ਤਕਲੀਫਾਂ ਬਿਮਾਰੀਆਂ, ਅਤੇ ਉਹ ਬੜੀ ਪਰੇਸ਼ਾਨੀ ਵਾਲੀ ਕੰਮ ਹੁੰਦਾ ਸੀਗਾ। ਔਰ ਨੈਚੁਰਲੀ ਕਿ ਜਿਹੜੇ ਪੇਸ਼ੈਂਟਸ ਨੂੰ ਬੜੀ ਦਿੱਕਤ ਮਹਿਸੂਸ ਹੁੰਦੀ ਸੀਗੀ। ਇਹ ਜਿਹੜਾ ਇਹ ਉਸ ਤੋਂ ਬਾਅਦ 10-12 ਸਾਲ 15 ਸਾਲ ਉਹ ਕੰਮ ਕਰਨ ਤੋਂ ਬਾਅਦ ਮੈਂ ਇਹ 2003 ਤੋਂ ਇੱਕ ਕੰਪਨੀ ਖੋਲ੍ਹੀ ਔਰ ਵੀਜ਼ਾ ਲਗਵਾਉਣ ਵਾਸਤੇ ਇਸ ਫੀਲਡ ਦੇ ਵਿੱਚ ਦੇਖਿਆ ਬੜੀ ਗੜਬੜ ਵਾਲਾ, ਫਰਾਡ ਵਾਲਾ ਫੀਲਡ ਹੈਗਾ। ਔਰ ਉਸਨੂੰ ਇੱਕ ਚੰਗਾ ਇੱਕ ਪਲੇਟਫਾਰਮ ਦੇਣ ਵਾਸਤੇ, ਚੰਗੇ ਲੋਕਾਂ ਨੂੰ ਜਗ੍ਹਾ ਦੇਣ ਵਾਸਤੇ 100% ਓਨੈਸਟੀ, ਟਰਾਂਸਪੇਰੈਂਸੀ, ਕੇਅਰ ਔਰ ਐਕਸਪਰਟੀਜ਼ ਨੂੰ ਲੈ ਕੇ CICC ਮੈਂਬਰ ਬਣ ਕੇ ਇਹ ਸਾਰਾ 100% ਓਨੈਸਟੀ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੇਵਾਵਾਂ ਦੇਣ ਵਾਸਤੇ ਕੰਪਨੀ ਨੂੰ ਖੋਲ੍ਹਿਆ। ਔਰ ਉਸ ਦੇ ਨਾਲ ਹੁਣ ਹੌਲੀ ਹੌਲੀ ਜਦੋਂ ਦੇਖਿਆ ਕਿ ਬਹੁਤ ਹੀ ਸੀਰੀਅਸ ਹੁੰਦੇ ਨੇ, ਬਹੁਤ ਹੀ ਮਨ ਨੂੰ ਲਾ ਲੈਂਦੇ ਨੇ ਕਿ ਵੀਜ਼ਾ ਲੱਗ ਕੇ ਜਾਣਾ ਹੈ ਸਟੂਡੈਂਟਸ ਨੇ। ਇੱਕ ਤਾਂ ਇਹ ਕਿ ਫਟਾਫਟ ਲੱਗ ਜਾਏ, ਫਟਾਫਟ ਚਲੀ ਜਾਈਏ, ਔਰ ਦੂਸਰਾ ਕਿ ਲੱਗ ਜਾਵੇ, ਜੇ ਕਿਤੇ ਰਿਫਿਊਜ਼ਲ ਦੀ ਗੱਲ ਹੋਗੀ ਤੇ ਟੈਨਸ਼ਨ, ਘਬਰਾਹਟ, ਬੇਚੈਨੀ, ਭੁੱਖ ਨਾ ਲੱਗਣਾ, ਰਾਤ ਨੂੰ ਨੀਂਦ ਨਾ ਆਉਣਾ, ਰੋਣਾ। ਔਰ ਸਟੂਡੈਂਟਸ ਇੰਨਾ ਹਾਲਤ ਆਪਣੇ ਆਪ ਦਾ ਬੁਰਾ ਕਰ ਲੈਂਦੇ ਆ ਕਿ ਪੇਰੈਂਟਸ ਦੀ ਵੀ ਨੂੰ ਔਖਾ ਕਰ ਦਿੰਦੇ ਆ। ਔਰ ਉਹ ਬੱਚਿਆਂ ਦੀ ਹਾਲਤ ਨੂੰ ਦੇਖਦੇ ਹੋਏ ਪੇਰੈਂਟਸ ਵੀ ਘਬਰਾ ਜਾਂਦੇ ਨੇ। ਬਿਲਕੁਲ, ਕਿਉਂਕਿ ਸਰ ਮੈਂ ਦੇਖਦਾ ਹੁੰਦਾ ਕਿ ਬਹੁਤ ਸਾਰੀ ਇਹੋ ਜਿਹੀਆਂ ਫੈਮਿਲੀਜ਼ ਹੈਗੀਆਂ ਨੇ, ਆਪਾਂ ਮਿਡਲ ਕਲਾਸ ਦੀ ਗੱਲ ਕਰਦੇ ਹਾਂ ਇੱਥੇ, ਜਿਨ੍ਹਾਂ ਨੇ ਕੈਨੇਡਾ ਜਿਹੜਾ ਦੀ ਟੌਪ ਮੋਸਟ ਜਿਹੜੀ ਕੰਟਰੀ ਹੈ, ਉੱਥੇ ਜਿਹੜੇ ਬੱਚੇ ਨੂੰ ਆਪਣੇ ਸੈਟਲ ਕਰਨਾ ਚਾਹੁੰਦੇ, ਔਰ ਜਾਇਜ਼ ਵੀ ਹੈ, ਵਾਜਿਬ ਵੀ ਹੈ। ਅੱਜ ਦੇ ਹਾਲਾਤ ਜੇ ਆਪਾਂ ਦੇਖੀਏ ਤਾਂ ਆਪਾਂ ਇਹ ਨਹੀਂ ਕਹਿੰਦੇ ਕਿ ਇੱਥੇ ਕੰਮਕਾਰ ਬਿਲਕੁਲ ਹੀ ਹੈ ਨਹੀਂ, ਆਪਾਂ ਇਸ ਗੱਲ ਦਾ ਵੀ ਸਮਰਥਨ ਨਹੀਂ ਕਰਦੇ। ਲੇਕਿਨ ਮੈਂ ਜਿਸ ਤਰ੍ਹਾਂ ਦੱਸਿਆ, ਸੌਰੀ ਮੈਂ ਤੁਹਾਡੀ ਗੱਲ ਕਰ ਰਿਹਾ, 2003 ਤੋਂ ਕੰਪਨੀ ਖੋਲ੍ਹੀ ਔਰ ਮਿਡਲ ਕਲਾਸ ਦਾ ਮਤਲਬ ਇਹ ਕਿ 16-17-18 ਲੱਖ ਰੁਪਏ ਦੇ ਕਰੀਬ, ਇੰਨਾ 15 ਤੋਂ 18 ਲੱਖ ਦੇ ਵਿੱਚ ਪੈਸੇ ਲਗਾ ਕੇ ਸਟੂਡੈਂਟਸ ਚਲੇ ਜਾਂਦੇ ਆ। ਔਰ ਮੈਂ ਹਜ਼ਾਰਾਂ ਸਟੂਡੈਂਟਸ ਦੀ ਲਾਈਫ ਬਣਦੇ ਹੋਏ ਦੇਖੀ ਹੈ। ਔਰ ਜਿਹੜਾ ਪੈਸਾ, ਫਾਈਨੈਂਸ਼ੀਅਲ ਪ੍ਰੋਬਲਮਸ, ਫਾਈਨੈਂਸ਼ੀਅਲ ਕ੍ਰਾਈਸਿਸ, ਕਰਜ਼ੇ 'ਤੇ ਪੈਸਾ ਲੈਣਾ, ਸਾਡੇ ਕੋਲੇ ਜਿੰਨੇ ਜ਼ਿਆਦਾਤਰ ਵਿਲੇਜਿਸ ਤੋਂ ਆਉਂਦੇ ਨੇ, ਖਾਸ ਤੌਰ 'ਤੇ ਈਵਨ ਮਿਡਲ ਕਲਾਸ ਸਿਟੀਜ਼ ਤੋਂ ਵੀ ਜਿਹੜੇ ਹੈਗੇ ਨੇ, ਛੋਟੇ ਮੋਟੇ ਦੁਕਾਨਦਾਰ ਜਿਹੜੇ ਨੇ, ਮੇਰਾ ਖਿਆਲ ਹੈ 90% ਜਿਹੜੇ ਨੇ, 10 ਵਿੱਚੋਂ 9 ਜਿਹੜੇ ਨੇ ਕਰਜ਼ਾ ਲੈ ਕੇ ਆਉਂਦੇ ਨੇ। 2% ਔਰ ਖਾਸ ਤੌਰ 'ਤੇ ਜਿਹੜੇ ਵਿਲੇਜਿਸ, ਜਿਹੜੇ ਫਾਰਮਰਸ ਨੇ, ਜਿਹੜੇ ਸਾਹੂਕਾਰਾਂ ਤੋਂ, ਜਿਹੜੇ ਕਮਿਸ਼ਨ ਏਜੰਟਸ ਵਾਰਾ ਤੋਂ ਲੈਂਦੇ ਨੇ, ਘੱਟੋ ਘੱਟ 2% ਦਾ ਆਮ ਤੌਰ 'ਤੇ ਵਿਆਜ, ਜਿਹੜਾ ਕਿ ਇੱਕ ਅੱਛਾ ਖਾਸਾ ਇੰਟਰਸਟ ਪੈ ਜਾਂਦਾ ਹੈਗਾ। ਸੋ 2% ਦੀ ਗੱਲ ਮੈਨੂੰ ਲੱਗਦਾ ਕਿ ਇਹ ਬਹੁਤ ਪੁਰਾਣੀ ਹੈ, ਔਰ ਅੱਜ ਦੀ ਇਹ 4 ਜਾਂ 5% ਤੇ ਪਹੁੰਚ ਚੁੱਕੀ ਹੋਈ ਹੈ ਗੱਲ। 2% ਤਾਂ ਪੁਰਾਣਾ ਹੋ ਗਿਆ। ਇੰਨਾ ਮੋਟਾ ਜਿਹੜਾ ਇੰਟਰਸਟ ਦੇਣਾ ਪੈਸੇ ਦੇ ਉੱਪਰ, ਉਹ ਬਹੁਤ ਔਖਾ ਕੰਮ ਹੈਗਾ। ਔਰ ਫਿਰ ਇੰਨਾ ਇੰਟਰਸਟ ਦੇ ਕੇ ਕੰਮ ਚਲਾਉਣਾ, ਬਿਜ਼ਨਸ ਚਲਾਉਣਾ ਜਾਂ ਸੈਟਿੰਗ ਕਰਨਾ ਇੰਡੀਆ ਦੇ ਵਿੱਚ ਵੀ ਇੱਕ ਔਖਾ ਕੰਮ ਹੈਗਾ। ਔਰ ਡੈਫੀਨੇਟਲੀ ਬੜੀ ਸਾਰੀ ਕੈਲਕੂਲੇਸ਼ਨਸ ਨੇ ਕਿ ਜਦੋਂ ਬੱਚੇ ਉੱਥੇ ਜਾਂਦੇ ਨੇ ਅਤੇ ਸਟੱਡੀ ਕੀਤੀ, ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਿਆ, ਕੰਮ ਕੀਤਾ, ਔਰ ਡਾਲਰਸ ਨੂੰ ਜਦੋਂ ਮਲਟੀਪਲਾਈ ਕੀਤਾ, ਅਤੇ ਡੈਫੀਨੇਟਲੀ ਮੁੱਕਦੀ ਗੱਲ ਛੋਟੀ ਇਹ ਕਿ ਵੀ ਬੜੀ ਹਜ਼ਾਰਾਂ ਸਟੂਡੈਂਟਸ ਦੀ ਲਾਈਫ ਬਣਦੇ ਹੋਏ ਮੈਂ ਦੇਖੀ ਹੈਗੀ ਆ। ਔਰ ਉਹਨਾਂ ਬੜੇ ਸੀਰੀਅਸ ਹੁੰਦੇ ਨੇ, ਔਰ ਨੈਚੁਰਲੀ ਕ੍ਰਾਈਸਿਸ ਤੋਂ ਨਿਕਲਣ ਦਾ ਇੱਕ ਤਰੀਕਾ ਸੋਚਦੇ ਨੇ ਕਿ ਸ਼ਾਇਦ ਇਸ ਤਰੀਕੇ ਨਾਲ ਅਸੀਂ ਬਾਹਰ ਨਿਕਲ ਸਕੀਏ, ਤਰ੍ਹਾਂ ਸਾਹ ਆ ਜਾਵੇ ਜਿਹਨੂੰ ਕਹਿੰਦੇ ਆ, ਔਰ ਫੈਮਿਲੀ ਦੀ ਰੋਟੀ ਪਾਣੀ ਠੀਕ ਠਾਕ ਚੱਲ ਜੇ, ਔਰ ਜਿਹੜੇ ਕਰਜ਼ਿਆਂ ਦੀ ਟੈਨਸ਼ਨ ਜਿਹੜੀ ਹੈ ਉਹ ਘਟ ਜਾਏ ਜਾਂ ਖਤਮ ਹੋ ਜਾਏ।
ਔਰ ਬਿਲਕੁਲ ਇਹ ਗੱਲ ਸਹੀ ਵੀ ਹੈਗੀ ਆ, ਔਰ ਇਸ ਕਰਕੇ ਉਹਨਾਂ ਦੇ ਸਾਹ ਰੁਕੇ ਹੁੰਦੇ ਨੇ, ਵੀਜ਼ਾ ਦੇ ਨਾਲ ਚੱਲਦੇ ਨੇ ਕਿ ਵੀਜ਼ਾ ਨਹੀਂ ਲੱਗਿਆ ਤੇ ਬਹੁਤ ਬੁਰੀ ਹਾਲਤ ਹੁੰਦੀ ਹੈ। ਸੋ ਜੈਨੂਅਨ ਹੈਗੀ ਹੈ। ਲੇਕਿਨ ਜਿਹੜੀ ਤੁਸੀਂ ਕੁਐਸਚਨ ਪੁੱਛਿਆ ਸੀ ਵੀ ਕਿਆ ਉਹਨਾਂ ਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਹੈਗੀ ਹੈ, ਸੋ ਉਹ ਪੁਆਇੰਟ ਮੇਰਾ ਇਹ ਹੈਗਾ ਕਿ ਦੇਖੋ ਮੈਂ ਇਹ ਕਹਿਣਾ ਹੈਗਾ ਕਿ ਆਪਣੀ ਜ਼ਮੀਰ, ਆਪਣੀ IQ, ਆਪਣਾ ਦਿਮਾਗ ਇਸਤੇਮਾਲ ਜ਼ਰੂਰ ਕਰਨਾ ਹੈ ਕਿਸੇ ਦੇ ਨਾਲ ਵੀ ਗੱਲ ਕਰਨ ਲੱਗੇ। ਸੋ ਮੈਂ 2003 ਤੋਂ ਸਾਡੀ ਕੰਪਨੀ ਔਰ CICC ਮੈਂਬਰ, ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਨਾਮ, ਔਰ ਬਹੁਤ ਸਾਰੇ ਆਫਿਸਿਸ ਇੰਡੀਆ ਦੇ ਵਿੱਚ ਵੀ ਔਰ ਕੈਨੇਡਾ ਦੇ ਵਿੱਚ। ਵੈਬਸਾਈਟ 'ਤੇ ਦੇਖ ਸਕਦੇ ਹਾਂ, ਫੇਸਬੁੱਕ, ਇੰਸਟਾਗ੍ਰਾਮ, YouTube ਚੈਨਲ, ਸਾਡੀ ਵੈਬਸਾਈਟ pioneerimmigration.com, ਇੱਥੇ ਸਾਰੀ ਡਿਟੇਲਸ ਦਿੱਤੀਆਂ। ਔਰ ਇੰਨੇ ਸਾਲਾਂ ਤੋਂ ਮੈਂ ਖੁਦ ਪਰਸਨਲ ਕੇਅਰ ਕਰਦਾ, ਔਰ ਮੈਨੂੰ ਜਿਹੜੇ ਕੰਪਲੀਕੇਟਡ ਕੇਸਿਸ ਨੇ, ਰਿਫਿਊਜ਼ਡ ਕੇਸਿਸ ਨੇ, ਲੋ ਮਾਰਕਸ ਨੇ, ਗੈਪ ਹੈਗਾ, ਪ੍ਰੋਬਲਮ ਹੈ, ਕੋਈ ਵੀਜ਼ਾ ਲੱਗਣ ਦੀ ਰਿਸਕ ਹੈਗਾ, ਉਹ ਮੈਨੂੰ ਮਿਲ ਵੀ ਸਕਦੇ ਨੇ। ਕਾਲ ਕਰ ਲੈਣ 70613 70613, ਅਤੇ ਮੈਂ ਪਰਸਨਲ ਕੇਅਰ ਕਰਦਾ ਆਇਆ ਹੈਗਾ। ਔਰ ਕਿਸੇ ਵੀ ਕੰਪਨੀ ਦਾ ਹੈੱਡ, ਖਾਸ ਤੌਰ 'ਤੇ CICC ਮੈਂਬਰ, ਕਲਾਇੰਟਸ ਨੂੰ, ਸਟੂਡੈਂਟਸ ਨੂੰ ਨਹੀਂ ਮਿਲਦੇ ਜਦੋਂ ਕਿ ਮੈਂ ਖੁਦ ਮਿਲਦਾ। ਹਰ ਇੱਕ ਕੇਸ 'ਤੇ ਮੇਰੀ ਨਿਗਾਹ ਹੁੰਦੀ ਹੈ। ਸੋ ਮੁੱਕਦੀ ਗੱਲ, ਇੰਨੇ ਤਜਰਬੇ, ਹਜ਼ਾਰਾਂ ਕੇਸ ਅਸੀਂ ਹਰ ਸਾਲ ਲਾਉਂਦੇ ਹਾਂ, ਔਰ ਬੜੇ ਸਾਲਾਂ ਤੋਂ 2003 ਤੋਂ ਲਾਉਂਦੇ ਆ ਰਹੇ ਹਾਂ। ਸੋ ਇੰਨੇ ਤਜਰਬੇ ਦੇ ਨਾਲ ਜਦੋਂ ਮੈਂ ਇਹ ਗੱਲ ਕਹਿ ਰਿਹਾ ਹੈਗਾ ਕਿ ਜੇ ਰਿਫਿਊਜ਼ਲ ਹੋਈ ਹੈ ਤਾਂ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਅਤੇ ਦੈਟ ਮੀਨਸ ਕਿ ਇਹ ਨਹੀਂ ਹੈ ਕਿ ਗਰੰਟੀ ਹੈ ਕਿ ਹਰ ਕਿਸੇ ਦਾ ਵੀਜ਼ਾ ਲੱਗ ਜਾਣਾ। ਡਿਪੈਂਡਸ ਕਿ ਤੁਹਾਡੇ ਮਾਰਕਸ ਕਿੰਨੇ ਨੇ, ਬੈਂਡਸ ਕੀ ਹੈ, ਆਈਲੈਟਸ PTE ਕੀ ਕੀਤਾ ਹੈਗਾ, ਬੜੀਆਂ ਸਾਰੀਆਂ ਚੀਜ਼ਾਂ 'ਤੇ ਡਿਪੈਂਡ ਕਰਦਾ ਹੈਗਾ। ਲੇਕਿਨ ਖਾਸ ਤੌਰ 'ਤੇ ਕੈਨੇਡਾ ਦੀ ਗੱਲ ਕਰੀਏ ਤੇ ਰਿਫਿਊਜ਼ਲ ਤੋਂ ਬਾਅਦ 3 4 5 ਰਿਫਿਊਜ਼ਲਸ ਤੋਂ ਬਾਅਦ ਵੀ ਵੀਜ਼ਾ ਬਹੁਤ ਸਾਰੇ ਜ਼ਿਆਦਾਤਰ ਸਟੂਡੈਂਟਸ 'ਤੇ ਲੱਗਦੇ ਨੇ। ਅਗਰ ਬਿਲਕੁਲ ਨਹੀਂ ਲੱਗਣ ਦੀ ਸੰਭਾਵਨਾ ਹੋਏਗੀ, ਲੱਗਣਾ ਹੀ ਨਹੀਂ ਹੈ, ਇੰਨਾ ਜ਼ਿਆਦਾ ਦਿੱਕਤ ਵਾਲਾ ਮਤਲਬ ਵੀਕ ਕੇਸ ਹੈ, ਤੇ ਅਸੀਂ ਮਨਾ ਕਰ ਦੇਣਾ ਹੈਗਾ ਕਿ ਤੁਹਾਡਾ ਕੇਸ ਨਹੀਂ ਲੱਗੇਗਾ। ਇੰਪਰੂਵ ਕਰੋ ਪਹਿਲੇ। ਅਸੀਂ ਜ਼ਿਆਦਾਤਰ ਜਦੋਂ ਫੀਸਾਂ ਬਹੁਤ ਥੋੜ੍ਹੀਆਂ ਨੇ ਜਾਂ ਨਹੀਂ ਹੈਗੀਆਂ ਚੰਗੇ ਕੇਸਿਸ ਦੀਆਂ, ਜਾਂ ਬਹੁਤ ਥੋੜ੍ਹੀਆਂ ਨੇ, ਔਰ ਅਸੀਂ ਅਗਰ ਵੀਜ਼ਾ ਨਹੀਂ ਲੱਗਣਾ ਤੇ ਸਾਡੀ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈਗੀ ਹੈ। ਸਾਨੂੰ ਜਿਹੜੇ ਬੈਨੀਫਿਟ ਦੇਣੇ ਹੁੰਦੇ ਕਾਲਜ, ਯੂਨੀਵਰਸਿਟੀਜ਼ ਨੇ ਦੇਣੇ ਆ, ਅਸੀਂ ਉਹਨਾਂ ਦੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਆ। ਜੇ ਵੀਜ਼ਾ ਨਹੀਂ ਲੱਗਣਾ ਤਾਂ ਸਾਨੂੰ ਬਹੁਤ ਵੱਡੇ ਨੁਕਸਾਨ ਹੁੰਦੇ ਨੇ। ਸੋ ਅਸੀਂ ਉਹ ਕੇਸਿਸ ਨਹੀਂ ਲੈਂਦੇ, ਮਨਾ ਕਰ ਦਿੰਦੇ ਸਾਫ਼ ਲਫ਼ਜ਼ਾਂ 'ਚ। ਅਤੇ ਜੇ ਅਸੀਂ ਕੋਸ਼ਿਸ਼ ਕਰਦੇ ਹਾਂ ਤਾਂ ਜ਼ਿਆਦਾਤਰ ਦੇ ਲੱਗਦੇ ਆ, ਕਿਸੇ ਕਿਸੇ ਦਾ ਨਹੀਂ ਵੀ ਲੱਗ ਸਕਦਾ। ਇਹ ਜ਼ਰੂਰ ਦਾਣਾ ਪਾਣੀ, ਕਿਸਮਤ, ਰੱਬ ਦੀ ਮਿਹਰ ਔਰ ਵੱਡਿਆਂ ਦਾ ਆਸ਼ੀਰਵਾਦ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਵੀ ਮੈਟਰ ਕਰਦੀਆਂ ਸੀ। ਬਿਲਕੁਲ। ਦੇਖੋ ਇਸ ਗੱਲ ਤੋਂ ਇਹ ਕਿੰਨੀ ਵੱਡੀ ਗੱਲ ਇੱਥੇ ਤੁਸੀਂ ਸੋਚੋ ਕਿ ਕਲੀਅਰ ਕੀਤੀ ਹੈ ਕਿ ਸਾਰਿਆਂ ਦਾ ਹੀ ਵੀਜ਼ਾ ਨਹੀਂ ਲੱਗਦਾ, ਇਹ ਵੀ ਸੱਚ ਗੱਲ ਹੈ। ਔਰ ਇਹ ਨਹੀਂ ਹੁੰਦਾ ਕਿ ਸਾਰੇ ਹੀ ਰਿਫਿਊਜ਼ ਹੋਣਗੇ, ਇਹ ਵੀ ਮਤਲਬ ਸੱਚ ਗੱਲ ਹੈ। ਹਾਂ, ਜਿਹੜੇ ਚਾਂਸਸ ਹੈਗੇ ਨੇ ਫਾਈਲ ਦੇ ਉੱਪਰ ਜਿਹੜਾ ਕੰਮ ਕਰਨਾ ਹੈ ਉਹ ਇੱਕ ਐਕਸਪਰਟ ਬੰਦਾ ਕਰ ਸਕਦਾ ਹੈ। ਤੁਸੀਂ ਤਾਂ +2 ਕਰ ਲਈ, ਤੁਹਾਡੇ 80% ਨੰਬਰ ਆ ਗਏ, ਤੁਹਾਡੇ 7 ਬੈਂਡ ਆ ਗਏ, ਤੁਸੀਂ ਤਾਂ ਹੁਣ ਸੋਚ ਕੇ ਬੈਠ ਗਏ ਕਿ ਜੀ ਅਸੀਂ ਤਾਂ ਕੈਨੇਡਾ ਪਹੁੰਚ ਗਏ ਹਾਂ, ਹੁਣ ਸਾਡੇ ਮੁੰਡੇ ਨੇ ਤਾਂ ਕੈਨੇਡਾ ਬਸ ਲੈਂਡ ਹੀ ਕਰਨਾ ਹੈ, ਬਾਕੀ ਜਿਹੜਾ ਕੰਮ ਹੈ ਉਹ ਕੰਸਲਟੈਂਟ ਦਾ ਹੈ। ਲੇਕਿਨ ਇਹਦੇ ਪਿੱਛੇ ਜਿਹੜੇ ਤੁਸੀਂ ਕੰਸਲਟੈਂਟ ਨੂੰ ਫਾਈਲ ਦੇ ਰਹੇ ਹੋ, ਉਦੋਂ ਚੈੱਕ ਕਰਿਆ ਕਰੋ ਕਿ ਵਾਕਈ ਉਹ CICC ਮੈਂਬਰ ਹੈਗਾ ਹੈ। ਕਿਆ ਕਦੇ ਆਪ ਉਹ ਕੈਨੇਡਾ ਗਿਆ ਹੈ, ਉਹਨੇ ਦੇਖਿਆ ਕੈਨੇਡਾ ਕਿਸੇ ਕਾਲਜ 'ਚ ਜਾ ਕੇ ਵਿਜ਼ਿਟ ਕੀਤਾ ਹੈ? ਕਿਉਂਕਿ ਤੁਹਾਡੇ ਬੱਚੇ ਨੂੰ ਕੈਨੇਡਾ ਦੇ ਵਿੱਚ ਉਹੀ ਸੈਟਲ ਕਰ ਸਕਦਾ ਹੈ ਜਿਹੜਾ ਆਪ ਕਦੇ ਕੈਨੇਡਾ ਗਿਆ ਹੋਵੇ ਜਾਂ ਕੈਨੇਡਾ ਦਾ ਸਿਟੀਜ਼ਨ ਹੋਵੇ, ਉਹਨੂੰ ਉੱਥੇ ਦਾ ਪਤਾ ਹੋਵੇ। ਕਿਉਂਕਿ ਇੱਥੇ ਬੈਠ ਕੇ ਗੱਲਾਂ ਮਾਰਨੀਆਂ ਬਹੁਤ ਸੌਖੀਆਂ ਨੇ, ਲੇਕਿਨ ਉੱਥੇ ਜਾ ਕੇ ਜਿਹੜਾ ਜੇ ਕੰਮ ਕਰਨਾ ਔਰ ਉਸ ਮਾਹੌਲ ਦੇ ਵਿੱਚ ਜਿਹੜਾ ਜਿਹਾ ਰਹਿਣਾ ਔਰ ਤੁਹਾਡੇ ਬੱਚੇ ਨੂੰ ਉੱਥੇ ਸੈਟਲ ਕਰਨਾ, ਕਿਹੜਾ ਕਾਲਜ, ਕਿਹੜੀ ਯੂਨੀਵਰਸਿਟੀ, ਕਿਹੜੇ ਪ੍ਰੋਵਿੰਸ ਤੁਹਾਡੇ ਬੱਚੇ ਵਾਸਤੇ ਬੈਟਰ ਹੈ, ਇਸ ਦੇ ਪਿੱਛੇ ਕੰਮ ਕਰਨਾ। ਔਰ ਖਾਸ ਕਰਕੇ ਡਾਕਟਰ ਰਵੀ ਨੇ ਗੱਲ ਵੀ ਕਹੀ ਹੈ ਕਿ ਜਿਹੜੇ ਬੈਨੀਫਿਟਸ ਨੇ ਉਹ ਸਾਨੂੰ ਕਾਲਜ ਨੇ ਦੇਣੇ ਹੁੰਦੇ ਨੇ। ਇਸੇ ਕਰਕੇ ਅਸੀਂ ਉਸੇ ਫਾਈਲ ਦੇ ਉੱਪਰ ਵਰਕ ਕਰਦੇ ਹਾਂ ਕਿ ਕਿਉਂਕਿ ਮਿਹਨਤ ਲੱਗਦੀ ਹੈ। ਜਿਹੜੇ ਕੰਸਲਟੈਂਟ ਨੇ ਕੰਮ ਕਰਨਾ ਹੈ ਉਹਦੀ ਆਪ ਦੀ ਮਿਹਨਤ ਹੈ, ਉਹਨੂੰ ਇੱਕ ਫਾਈਲ ਦੇ ਬਣਾਉਣ ਲਈ 500 ਪੇਪਰ ਲਗਾਉਣੇ ਹੁੰਦੇ ਆ ਨਾਲ। ਉਹ 500 ਪੇਪਰ ਕਾਲੇ ਕਰੇਗਾ ਅਗਲਾ, ਉਸ ਤੋਂ ਬਾਅਦ ਸਬਮਿਟ ਕਰਾਏਗਾ ਫਾਈਲ ਐਮਬੈਸੀ ਦੇ ਵਿੱਚ, ਔਰ ਕੱਲ੍ਹ ਨੂੰ ਤੁਹਾਡਾ ਵੀਜ਼ਾ ਨਾ ਆਏ ਔਰ ਫਿਰ ਅਗਲੀ ਦੀ ਮਿਹਨਤ ਬੇਕਾਰ ਹੋ ਗਈ। ਇਸੇ ਕਰਕੇ ਐਡੀ ਵੱਡੀ ਗੱਲ ਇਸ ਮੰਚ ਦੇ ਉੱਪਰ ਵੀ ਕਹਿਣਾ, ਇਹ ਵੀ ਤੁਹਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਜੇ ਐਲੀਜੀਬਲ ਨਹੀਂ ਹੁੰਦਾ ਉਹਨੂੰ ਸਾਫ਼ ਪਾਇਨੀਅਰ ਵੱਲੋਂ ਮਨਾ ਕੀਤਾ ਜਾਂਦਾ ਕਿ ਭਈ ਤੁਸੀਂ ਐਲੀਜੀਬਲ ਨਹੀਂ ਹੋ, ਤੁਸੀਂ ਇੰਪਰੂਵਮੈਂਟ ਕਰੋ। ਇੰਪਰੂਵਮੈਂਟ ਤੋਂ ਬਾਅਦ ਜਿਹੜਾ ਜਿਹਾ ਸਾਡੇ ਦਰਵਾਜ਼ੇ 'ਤੇ ਆਇਓ, ਫਿਰ ਤੁਹਾਡਾ ਜਿਹੜਾ ਵੀਜ਼ਾ ਅਸੀਂ ਅਪਲਾਈ ਕਰਾਂਗੇ। ਦੇਖੋ ਰਿੱਕੀ ਜੀ, ਇੱਕ ਚੀਜ਼ ਜਿਹੜੀ ਮੈਂ ਸੋਚਦਾ ਹੁੰਦਾ ਹੈ ਕਿ ਜਦੋਂ ਕਲਾਇੰਟ ਕੋਈ ਵੀ ਕਿਸੇ ਦੇ ਵੀ ਆਫਿਸ ਜਾਂਦਾ ਹੈ, ਸਾਡੇ ਆਫਿਸ ਜਾਂਦਾ ਹੈ, PR ਨੂੰ ਮੇਰੀ ਸਟ੍ਰਿਕਟ ਖਾਸ ਹਦਾਇਤਾਂ ਕਿ ਪਤਾ ਨਹੀਂ ਕੌਣ ਬੰਦਾ ਕਿੱਥੋਂ 4-6 ਘੰਟੇ 8 ਘੰਟੇ ਔਰ ਚੱਲ ਕੇ ਆਇਆ ਹੈ, ਯੂਪੀ ਤੋਂ, ਕਈ ਵਾਰੀ ਬੰਬੇ ਤੋਂ, ਕਈ ਵਾਰੀ ਰਾਜਸਥਾਨ ਔਰ ਜੈਪੁਰ, ਔਰ ਬੜੀ ਦੂਰੋਂ ਫਲਾਈਟ ਲੈ ਕੇ ਵੀ ਲੋਕ ਆਉਂਦੇ ਨੇ। ਅਤੇ ਦੂਰੋਂ ਦੂਰੋਂ ਜਦੋਂ ਲੋਕ ਆਉਂਦੇ, ਕਿਉਂਕਿ ਵੀਜ਼ਾ ਦਾ ਮੈਟਰ ਅਗੇਨ ਉਹੀ ਬੜਾ ਸੀਰੀਅਸਲੀ ਲੈਂਦੇ ਨੇ ਲੋਕ। ਅਤੇ ਜੇ ਪਤਾ ਲੱਗ ਗਿਆ ਕੋਈ ਜੈਨੂਅਨ ਸਹੀ ਕੰਸਲਟੈਂਟ ਹੈਗਾ ਜਿੱਥੇ 100% ਓਨੈਸਟੀ, ਪੈਸਿਆਂ ਦਾ ਡਰ ਨਹੀਂ, ਟੈਨਸ਼ਨ ਨਹੀਂ ਔਰ ਐਕਸਪਰਟ ਹੈ, ਖੈਰ ਦੂਰੋਂ ਦੂਰੋਂ ਜਦੋਂ ਆਉਂਦੇ ਨੇ, ਆਉਂਦੇ ਨੂੰ ਪਾਣੀ, ਚਾਹ
ਔਰ ਉਸ ਤੋਂ ਬਾਅਦ ਕਾਉਂਸਲਰ ਨੇ ਕਾਉਂਸਲਿੰਗ ਕਰਨੀ ਆ, ਸਾਰੀ ਡਿਟੇਲ ਦੇਣੀ ਆ। ਉਸ ਤੋਂ ਬਾਅਦ ਐਡਮਿਸ਼ਨ ਟੀਮ ਨੇ ਐਡਮਿਸ਼ਨ ਦਾ ਮਤਲਬ ਉਹਦੇ 'ਚ ਫਿਰ ਡਾਕੂਮੈਂਟਸ ਕਾਲਜ ਨੂੰ ਭੇਜ ਕੇ ਆਫਰ ਲੈਟਰ। ਉਸ ਤੋਂ ਬਾਅਦ ਫਾਈਲਿੰਗ ਟੀਮ ਨੇ ਫਾਈਲ ਲਗਾਉਣੀ ਹੈਗੀ ਹੈ, ਫਾਈਲ ਬਣਾਉਣੀ ਹੈਗੀ ਹੈ, ਫਾਈਲ ਨੂੰ ਸਬਮਿਟ ਕਰਨਾ ਹੈਗਾ, ਮੈਨੇਜਰ ਨੇ ਚੈੱਕ ਕਰਨਾ ਹੈਗਾ, ਮੈਂ ਖੁਦ ਦੇਖਣਾ ਹੈਗਾ, SOP ਦੇਖਣੀ ਹੈਗੀ ਹੈ। ਦੇਰ ਆਰ ਬੜੇ ਸਾਰੇ ਸਟੈਪਸ ਨੇ, ਬਹੁਤ ਮਿਹਨਤ ਜਿਹੜੀ ਤੁਸੀਂ ਕਿਹਾ, ਬਹੁਤ ਸਾਰੇ ਲੋਕਾਂ ਦੀ, ਸਾਡੇ ਪਾਇਨੀਅਰ ਦੀ ਟੀਮ ਦੀ ਬਹੁਤ ਸਾਰੀ ਮਿਹਨਤ ਹੁੰਦੀ ਹੈ, ਜਿਹੜੀ ਕਿ ਹੋ ਸਕਦਾ ਤੁਹਾਨੂੰ ਨਾ ਪਤਾ ਲੱਗਦੀ ਹੈ, ਕਿਉਂਕਿ ਤੁਸੀਂ ਤਾਂ ਇਹ ਪੇਪਰ ਦਿੱਤੇ ਸੀ ਕਿ ਆਹ ਦੇ ਦਿਓ ਕਰਕੇ ਦਿੱਤਾ, ਸਾਡੇ ਫਾਰਮ ਚੈੱਕ ਕੀਤੇ। ਫਾਰਮਸ ਨੂੰ ਧਿਆਨ ਨਾਲ ਚੈੱਕ ਕਰਨਾ ਕਿ ਛੋਟੀ ਜਿਹੀ ਗਲਤੀ ਤੁਹਾਡੀ ਜਿਹੜੀ ਲਾਈਫ ਨੂੰ ਸਪੋਇਲ ਕਰ ਸਕਦੀ ਹੈ। ਮੰਨ ਲਓ ਕਿ ਇੱਕ ਮੈਂ ਪੁਆਇੰਟ ਆਊਟ ਕਰਨਾ ਚਾਹੁੰਦਾ, USA ਦੀ ਕਿਸੇ ਦੀ ਰਿਫਿਊਜ਼ਲ ਹੈ ਅਤੇ ਕੈਨੇਡਾ ਦੇ ਐਪਲੀਕੇਸ਼ਨ ਫਾਰਮਸ ਦੇ ਵਿੱਚ ਪੁੱਛਿਆ ਜਾਂਦਾ ਵੀ ਕਿਆ ਤੁਹਾਡੀ ਕਿਸੇ ਕੰਟਰੀ ਦੀ ਰਿਫਿਊਜ਼ਲ ਹੈ। ਜੇ ਉਸ ਨੂੰ ਆਪਾਂ ਕਹਿ ਦਿੱਤਾ ਨਹੀਂ, ਰਿਫਿਊਜ਼ਲ ਨਹੀਂ ਹੈ, ਔਰ USA ਦੀ ਰਿਫਿਊਜ਼ਲ ਹੋਵੇ, ਤਾਂ ਡੈਫੀਨੇਟਲੀ 5 ਸਾਲ ਦਾ ਬੈਨ ਲੱਗਣਾ ਹੈ। ਕੈਨੇਡਾ ਐਮਬੈਸੀ ਕਹੇਗੀ ਕਿ ਤੁਸੀਂ ਝੂਠ ਬੋਲਿਆ, ਮਿਸ ਰਿਪਰੈਜ਼ੈਂਟੇਸ਼ਨ ਕੀਤੀ ਦਾ ਮਤਲਬ ਗਲਤ ਗੱਲ ਕੀਤੀ ਔਰ ਝੂਠ ਬੋਲਿਆ, ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ, ਔਰ ਇਸ ਕਰਕੇ ਸੈਕਸ਼ਨ 40A ਦੇ ਵਿੱਚ ਜਿਹੜਾ ਹੈ ਤੁਹਾਡਾ ਕੇਸ ਕਰਕੇ 5 ਸਾਲ ਦਾ ਬੈਨ ਲੱਗੇਗਾ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਔਰ ਫਿਰ ਤੁਹਾਨੂੰ ਵੀ ਦਿਖਾਉਣਾ ਫਾਈਲ ਨੂੰ ਟਰਾਂਸਪੇਰੈਂਸੀ ਦੇ ਨਾਲ। ਸੋ ਇਹ ਸਾਰੀ ਮਿਹਨਤ ਲੱਗਦੀ ਹੈ। ਉਹ ਅਗੇਨ ਕਿ ਸਾਨੂੰ ਵੀਜ਼ਾ ਦਾ ਇੰਟਰਸਟ ਹੁੰਦਾ ਹੈ, ਲੇਕਿਨ ਆਫ ਕੋਰਸ ਇਹ ਵੀ ਧਿਆਨ ਹੁੰਦਾ ਹੈ ਕਿ ਅਗਰ ਮੀਡੀਅਮ ਮਾਰਕਸ ਨੇ, ਅਤੇ ਜਿਹੜੀ ਤੁਸੀਂ ਰਿੱਕੀ ਜੀ ਗੱਲ ਹੋਈ ਸੀ ਵੀ ਲੱਗ ਵੀ ਸਕਦਾ, ਨਹੀਂ ਵੀ ਕਈ ਵਾਰੀ ਦੇਖੋ ਤੁਸੀਂ 55% 60% ਨੰਬਰ ਨੇ, ਮੰਨ ਲਓ ਮੀਡੀਅਮ ਨੰਬਰ ਨੇ, ਜ਼ਿਆਦਾ ਚੰਗੇ ਨੰਬਰ ਨੇ, ਜਿੰਨੇ ਨੰਬਰ ਚੰਗੇ ਹੁੰਦੇ ਜਾਣਗੇ ਉਨੇ ਵੀਜ਼ੇ ਦੇ ਚਾਂਸਿਸ ਵੱਧਦੇ ਜਾਣਗੇ। ਸੋ ਇਹੋ ਜਿਹੇ ਮੀਡੀਅਮ ਕੇਸ ਦੀ 2 ਕੇਸਿਸ ਸਿਮਿਲਰ ਲਗਾਈਏ ਅਤੇ ਇੱਕ ਦਾ ਵੀਜ਼ਾ ਲੱਗ ਜਾਏਗਾ, ਇੱਕ ਦਾ ਰਿਫਿਊਜ਼ ਹੋ ਜਾਏਗਾ। ਦੇਰ ਆਰ ਇਹੋ ਜਿਹੇ ਵੀ ਚਾਂਸਿਸ ਹੁੰਦੇ ਨੇ 100% ਸੇਮ ਕੇਸ ਦੇ। ਡਿਪੈਂਡਸ ਕਿ ਲੀਨੀਅੰਟ ਵੀਜ਼ਾ ਅਫੀਸਰ ਜਿਹੜਾ ਹੈ, ਅਸੀਂ ਜਿਹੜੀਆਂ ਗੱਲਾਂ SOP ਦੇ ਵਿੱਚ ਲਿਖੀਆਂ ਹੁੰਦੀਆਂ ਨੇ, ਜਾਂ ਕਿ ਸਾਰਾ ਕੇਸ ਕੋਰਸ ਉਸ ਤਰ੍ਹਾਂ ਦਾ ਚੂਜ਼ ਕਰਨਾ ਤੁਹਾਡੇ ਮਾਰਕਸ ਦੇ ਮੁਤਾਬਕ, ਸੋ ਉਸ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਲੀਨੀਅੰਟ ਵੀਜ਼ਾ ਅਫੀਸਰ ਸਾਡੀ ਗੱਲ ਨੂੰ ਸਮਝ ਕੇ ਉਹਨੂੰ ਦੇ ਦਿੰਦਾ, ਸਟ੍ਰਿਕਟ ਵੀਜ਼ਾ ਦੇ ਦਿੰਦਾ। ਸਟ੍ਰਿਕਟ ਵੀਜ਼ਾ ਅਫੀਸਰ ਓਬਜੈਕਸ਼ਨ ਲਾ ਸਕਦਾ ਅਗਰ ਕਿਸੇ ਸਬਜੈਕਟਸ ਦੇ ਵਿੱਚ ਨੰਬਰ ਘੱਟ ਨੇ ਜਾਂ ਹੋਰ ਕੋਈ ਗੈਪ ਜ਼ਿਆਦਾ ਜਾਂ ਕੁਝ ਪ੍ਰੋਬਲਮ ਹੈਗੀ ਹੈ, ਸਟ੍ਰਿਕਟ ਵੀਜ਼ਾ ਅਫੀਸਰ ਰਿਫਿਊਜ਼ ਕਰਦਾ। ਸੋ ਇਹ ਡਿਪੈਂਡ ਕਰਦਾ ਅਗੇਨ ਕਿ ਫਿਰ ਉਸ ਕਰਕੇ ਰੱਬ ਦੀ ਕਿਰਪਾ 'ਤੇ ਤਾਂ ਹੈ ਹੀ ਹੈ ਡਿਪੈਂਡ। ਸਾਡੀ ਡੈਫੀਨੇਟਲੀ ਇਹ ਸਾਰੀ ਐਕਸਪਰਟੀਜ਼ 'ਤੇ ਵੀ ਮੈਟਰ ਕਰਦਾ ਅਗੇਨ ਕਿ ਇਹ ਕਈ ਵਾਰੀ ਨਹੀਂ ਵੀ ਲੱਗਦਾ ਵੀਜ਼ਾ ਔਰ ਇਸ ਦੇ ਵਾਸਤੇ, ਲੇਕਿਨ ਆਫ ਕੋਰਸ ਕਨਫਿਊਜ਼ ਹੁੰਦੇ ਆ ਕਲਾਇੰਟਸ ਕਿ ਜੀ ਲੱਗਿਆ ਨਹੀਂ, ਕਿਸੇ ਹੋਰ ਕੰਸਲਟੈਂਟ ਕੋਲ ਗਏ, ਉਸਨੇ ਕਹਿਣਾ ਗਲਤ ਕਰ ਦਿੱਤਾ ਜਾਂ ਕੁਝ ਕਰ ਦਿੱਤਾ। ਕਿ ਕੰਸਲਟੈਂਟਸ ਦੀ ਮੋਸਟਲੀ ਇਹ ਗੱਲ ਹੁੰਦੀ ਹੈ, ਕਿਉਂਕਿ ਜਦੋਂ ਬੱਚਾ ਰਿਫਿਊਜ਼ ਹੋ ਜਾਂਦਾ ਇੱਕ ਕੰਸਲਟੈਂਟ ਕੋਲ, ਤਾਂ ਉਹ ਕਹਿੰਦਾ ਕਿ ਹੁਣ ਮੈਂ ਤੁਹਾਡੇ ਤੋਂ ਅਪਲਾਈ ਨਹੀਂ ਕਰਨਾ ਜੀ, ਮੈਂ ਕਿਤੇ ਹੋਰ ਕਰਨਾ ਹੈ। ਔਰ ਜਿਹਦੇ ਕੋਲ ਜਾਏਗਾ ਉਹ ਅਗਲਾ ਇਹੀ ਕਹੇਗਾ ਕਿ ਜੀ ਮੈਂ ਤਾਂ ਬਹੁਤ ਚੰਗਾ ਹੈ, ਜਿਹਨੇ ਤੁਹਾਡੀ ਫਾਈਲ ਲਗਾਈ ਸੀਗੀ ਉਹੀ ਗੰਦਾ ਸੀਗਾ, ਉਹਨੇ ਤੁਹਾਡੇ ਫਾਈਲ ਦੇ ਨਾਲ ਪ੍ਰੋਫਾਈਲ ਦੇ ਨਾਲ ਛੇੜਖਾਨੀ ਕੀਤੀ ਹੈ, ਆਹ ਚੀਜ਼ਾਂ ਸਹੀ ਨਹੀਂ ਸੀਗੀਆਂ। ਆਪਣੇ ਆਪ ਨੂੰ ਉਹ ਕਹੇਗਾ ਕਿ ਮੈਂ ਕਰ ਸਕਦਾ, ਉਹਨਾਂ ਨੇ ਨਹੀਂ ਕਰ ਪਾਏ। ਲੇਕਿਨ ਹੁਣ ਮੈਂ ਪੁੱਛਣਾ ਚਾਹਾਂਗਾ, ਕਈ ਵਾਰ ਜੋ ਰਿਫਿਊਜ਼ ਹੁੰਦੇ ਨੇ ਬੱਚੇ, ਤਾਂ ਬਹੁਤ ਸਾਰੇ ਬੱਚੇ ਰਿਫਿਊਜ਼ਲ ਤੋਂ ਬਾਅਦ ਕਈ ਵਾਰੀ ਕੋਰਸ ਚੇਂਜ ਕਰ ਲੈਣਗੇ, ਕਾਲਜ ਚੇਂਜ ਕਰ ਲੈਣਗੇ, ਪ੍ਰੋਵਿੰਸ ਚੇਂਜ ਕਰ ਲੈਣਗੇ, ਕੰਸਲਟੈਂਟ ਤਾਂ ਕਰਨਗੇ ਚੇਂਜ, ਲੇਕਿਨ ਕੋਰਸ ਕਾਲਜ ਪ੍ਰੋਵਿੰਸ ਵੀ ਚੇਂਜ ਕਰ ਲੈਣਗੇ। ਕਿਆ ਇਸ ਗੱਲ ਦਾ ਵੀ ਇਫੈਕਟ ਪੈਂਦਾ ਪ੍ਰੋਫਾਈਲ ਦੇ ਉੱਪਰ? ਰਿੱਕੀ ਜੀ ਗੱਲ ਇਹ ਹੈ ਕਿ ਪਹਿਲਾਂ ਜਦੋਂ ਸਾਡੇ ਕੋਲ ਬਹੁਤ ਸਾਰੇ ਰਿਫਿਊਜ਼ਡ ਕੇਸਿਸ, ਖਾਸ ਤੌਰ 'ਤੇ CICC ਮੈਂਬਰ ਹੋਣ ਦੇ ਨਾਤੇ ਬੜੇ ਸਾਰੇ ਕੇਸਿਸ ਸਾਡੇ ਕੋਲ ਰਿਫਿਊਜ਼ਡ ਖਾਸ ਤੌਰ 'ਤੇ ਜ਼ਿਆਦਾ ਆਉਂਦੇ ਨੇ, ਬਹੁਤ ਸਾਰੇ, ਕਿਉਂਕਿ ਉਦੋਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਮੇਰਾ ਕੇਸ 1 ਵਾਰੀ 2 ਵਾਰੀ 4 ਵਾਰੀ ਰਿਫਿਊਜ਼ ਹੋ ਗਿਆ। ਕੈਨੇਡਾ ਦੇ ਵਿੱਚ ਕੌਣ ਐਕਸਪਰਟ ਮੰਨਿਆ ਜਾਂਦਾ ਹੈ, ਕੌਣ ਕੈਨੇਡਾ ਅੰਬੈਸੀ ਤੋਂ ਮਨਜ਼ੂਰ ਸ਼ੁਦਾ ਕੰਸਲਟੈਂਟ ਨੇ। ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਜਾਂਦੇ ਨੇ, ਡਿਸਕਸ਼ਨਸ ਕਰਦੇ ਨੇ, ਆਪਣੇ ਜਿਹੜੇ ਗਰੁੱਪਸ ਬਣੇ ਹੋਏ ਨੇ ਜਾਂ ਸੋਸ਼ਲ ਮੀਡੀਆ ਹੈਗਾ ਉੱਥੋਂ ਚੈੱਕ ਕਰਕੇ ਤਸੱਲੀ ਕਰਕੇ ਜਦੋਂ ਆਉਂਦੇ ਨੇ। ਸੋ ਇਹੋ ਜਿਹੇ ਜਿਹੜੇ ਰਿਫਿਊਜ਼ਡ ਕੇਸਿਸ ਆਉਂਦੇ ਨੇ ਉਸ ਦੇ ਵਿੱਚ ਖਾਸ ਤੌਰ 'ਤੇ ਬੜੀ ਸਾਰੀ ਗਲਤੀਆਂ ਕਈ ਵਾਰੀ ਕੀਤੀਆਂ ਹੁੰਦੀਆਂ। ਫੋਰ ਐਗਜ਼ਾਮਪਲ ਕਿ ਗ੍ਰੈਜੂਏਟਸ ਨੂੰ ਅੰਡਰ ਗ੍ਰੈਜੂਏਟ ਕੋਰਸ, ਜਦੋਂ ਕਿ ਪੋਸਟ ਗ੍ਰੈਜੂਏਟ ਹੀ ਦੇਣਾ ਚਾਹੀਦਾ, ਅੰਡਰ ਗ੍ਰੈਜੂਏਟ ਕੋਰਸ ਦੇਵਾਂਗੇ ਤਾਂ ਜ਼ਿਆਦਾ ਰਿਫਿਊਜ਼ਲ ਦੇ ਚਾਂਸ ਬਹੁਤ ਹਾਈ ਹੋ ਜਾਣਗੇ। ਸੋ ਇਸ ਤਰ੍ਹਾਂ ਦੇ ਕੇਸਿਸ ਨੂੰ ਰਿਫੰਡ ਕਾਲਜ ਤੋਂ ਲੈ ਕੇ ਦੁਬਾਰਾ ਕਿਸੇ ਕਾਲਜ ਦੇ ਵਿੱਚ ਅਪਲਾਈ ਕਰਨਾ, ਆਫਰ ਲੈਟਰ ਸਹੀ ਕਾਲਜ ਸਹੀ ਕੋਰਸ ਦੇ ਵਿੱਚ ਲੈਣਾ ਔਰ ਅੰਬੈਸੀ ਦੇ ਵਿੱਚ ਦੁਬਾਰਾ ਅਪਲਾਈ ਕਰਨਾ ਇੱਕ ਆਮ ਰੂਟੀਨ ਹੈਗਾ। ਅਤੇ ਇਹ ਕਾਲਜ ਚੇਂਜ, ਕੋਰਸ, ਪ੍ਰੋਵਿੰਸ ਕੁਛ ਵੀ ਚੇਂਜ ਹੋ ਸਕਦਾ, ਕੋਈ ਐਸੀ ਗੱਲ ਨਹੀਂ। ਅਗੇਨ ਕਿ ਉਹ 3 4 5 ਵਾਰੀ ਰਿਫਿਊਜ਼ਡ ਕੇਸਿਸ, ਬੜਾ ਕੁਛ ਆਲਰੇਡੀ ਚੇਂਜ ਹੋਇਆ ਹੁੰਦਾ, ਅਸੀਂ ਵੀ ਚੇਂਜ ਕਰ ਦਿੰਦੇ ਹਾਂ, ਕੋਈ ਐਸੀ ਵੱਡੀ ਗੱਲ ਨਹੀਂ ਹੈਗੀ ਹੈ। ਅਗੇਨ ਕਿ ਪ੍ਰੈਜੈਂਟੇਸ਼ਨ ਕਿਹੜੇ ਡਾਕੂਮੈਂਟ ਲਗਾਏ ਨੇ ਫਾਈਲ ਦੇ ਵਿੱਚ,
ਔਰ ਕਿਸ ਤਰ੍ਹਾਂ ਰਿਪਰੈਜ਼ੈਂਟ ਕੀਤਾ ਐਸਓਪੀ ਦੇਰ ਆਰ ਮੈਨੀ ਫੈਕਟਰਸ ਤੇ ਫਿਰ ਵੀਜ਼ਾ ਲੱਗਣ ਦੀ ਸੰਭਾਵਨਾ ਹੁੰਦੀ ਹੈ, ਕੋਈ ਚਿੰਤਾ ਨਹੀਂ ਹੈ। ਜੀ ਬਿਲਕੁਲ। ਹੁਣ ਸਰ ਜਾਂਦੇ ਜਾਂਦੇ ਇੱਕ ਮੈਸੇਜ ਵੀ ਲੈਣਾ ਮੈਂ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਵਹਿਮ ਹੈਗਾ, ਵਹਿਮ ਕਿ ਲੋਕ ਮੰਨਦੇ ਆ ਕਿ ਡਾਕਟਰ ਰਵੀ ਗਰਗ ਜਿਹੜਾ ਪਾਇਨੀਅਰ ਇਮੀਗ੍ਰੇਸ਼ਨ ਜਿਹੜਾ ਹੈਗਾ ਉਹ ਕੈਨੇਡਾ ਦਾ ਇੱਕ ਐਕਸਪਰਟ ਕੰਪਨੀ ਹੈ, CICC ਮੈਂਬਰ ਨੇ ਡਾਕਟਰ ਰਵੀ ਗਰਗ, ਇਸ ਕਰਕੇ ਜਿਹੜੀ ਕੈਨੇਡਾ ਦੀ ਫਾਈਲ ਹੈ ਉਹ ਆਪਾਂ ਪਾਇਨੀਅਰ ਇਮੀਗ੍ਰੇਸ਼ਨ ਨੂੰ ਲਗਾਉਣੀ ਹੈ। ਅਗਰ ਕਿਸੇ ਪਰਿਵਾਰ ਦੇ ਬੱਚੇ ਨੇ ਆਸਟ੍ਰੇਲੀਆ ਜਾਂ UK ਵਰਗੀਆਂ USA ਵਰਗੀ ਕੰਟਰੀ ਜਾਣਾ ਹੁੰਦਾ ਜਾਂ ਨਿਊਜ਼ੀਲੈਂਡ ਵਰਗੀ ਕੰਟਰੀ ਜਾਣਾ ਹੁੰਦਾ ਤਾਂ ਉਹ ਕਹਿੰਦੇ ਨੇ ਕਿ ਨਹੀਂ, ਡਾਕਟਰ ਰਵੀ ਗਰਗ ਤਾਂ ਕੈਨੇਡਾ ਜਿਹੜੇ CIC ਮੈਂਬਰ ਨੇ ਤੇ ਅਸੀਂ ਉਹਨਾਂ ਕੋਲ ਕੈਨੇਡਾ ਦੀ ਹੀ ਫਾਈਲ ਦੇਵਾਂਗੇ, ਆਸਟ੍ਰੇਲੀਆ ਵਗੈਰਾ ਦੀ ਫਾਈਲ ਨਹੀਂ ਦੇਵਾਂਗੇ। ਤੁਸੀਂ ਇਹ ਦੱਸੋ ਕਿ ਵਾਕਿਆ ਹੀ ਤੁਸੀਂ ਆਸਟ੍ਰੇਲੀਆ ਕਿਸੇ ਬੱਚੇ ਨੇ ਜਾਣਾ ਹੋਏ ਤਾਂ ਉਹ ਪਾਇਨੀਅਰ ਇਮੀਗ੍ਰੇਸ਼ਨ ਆ ਸਕਦਾ? ਬਿਲਕੁਲ। ਦੇਖੋ ਕੈਨੇਡਾ ਵਾਸਤੇ CICC ਮੈਂਬਰਸ ਆਥੋਰਾਈਜ਼ਡ ਹੁੰਦੇ ਨੇ, ਆਸਟ੍ਰੇਲੀਆ ਵਾਸਤੇ ਮਾਰਾ ਮੈਂਬਰ ਜਾਂ ਮਾਰਾ ਏਜੰਟ ਲੀਗਲੀ ਆਥੋਰਾਈਜ਼ਡ ਹੁੰਦੇ ਨੇ ਆਸਟ੍ਰੇਲੀਅਨ ਗਵਰਨਮੈਂਟ, ਆਸਟ੍ਰੇਲੀਅਨ ਐਮਬੈਸੀ ਤੋਂ। ਮੇਰੇ ਕਲਾਸ ਫੈਲੋ ਸੀਗੇ ਡਾਕਟਰ ਗਗਨਦੀਪ ਕੌਰ ਜੇਜੀ, ਜਿਹੜੇ ਮਾਰਾ ਮੈਂਬਰ ਨੇ, ਉਹ ਸਾਡੀ ਕੰਪਨੀ ਦੇ ਪਾਰਟਨਰ ਨੇ ਔਰ ਆਸਟ੍ਰੇਲੀਆ ਦੇ ਸਾਰੇ ਸਟੱਡੀ ਵੀਜ਼ਾ ਤੇ ਕਿਸੇ ਵੀ ਤਰ੍ਹਾਂ ਦੇ ਕੇਸਿਸ ਨੂੰ ਉਹ ਆਪਣੀ ਸੁਪਰਵਿਜ਼ਨ ਦੇ ਵਿੱਚ ਖੁਦ ਆਪਣੀ ਦੇਖ ਰੇਖ ਦੇ ਵਿੱਚ ਲਗਾਉਂਦੇ ਨੇ ਔਰ ਅਸੀਂ ਆਸਟ੍ਰੇਲੀਆ ਦੇ ਕਿਸੇ ਵੀ ਤਰ੍ਹਾਂ ਦੇ ਕੇਸਿਸ ਖਾਸ ਤੌਰ ਤੇ ਸਟੱਡੀ ਵੀਜ਼ਾ ਵਾਸਤੇ ਵੈਲਕਮ। UK ਵੀ ਖਾਸ ਤੌਰ ਤੇ ਜਿੱਥੇ ਜਾ ਕੇ ਹੁਣ ਪਹਿਲਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਸੀ, ਹੁਣ ਕੁਛ ਟਾਈਮ ਤੋਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਲਾਉਡ ਹੋ ਗਿਆ ਹੈਗਾ ਔਰ ਸਪਾਊਸ ਦੀ ਵੀ ਜਿਹੜੀ ਹੈ ਨਾਲ ਜਾ ਸਕਦੇ ਨੇ ਤੇ ਵੈਲਕਮ। ਔਰ 28 ਦਿਨ ਪੁਰਾਣੇ, ਥੋੜ੍ਹਾ ਟਾਈਮ ਪੁਰਾਣੇ ਫੰਡਸ ਚਾਹੀਦੇ ਨੇ ਔਰ ਵੈਲਕਮ ਹੈਗਾ ਔਰ ਬੜੇ ਹਾਈ ਸਕਸੈਸ ਰੇਟ UK ਦਾ ਵੀ। ਵੈਲਕਮ ਜੀ। ਜੀ ਬਿਲਕੁਲ। ਜਿਵੇਂ ਕਿ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀਗੇ ਕਿ ਅਗਰ ਕਿਸੇ ਨੂੰ ਰਿਫਿਊਜ਼ਲ ਆਉਂਦੀ ਹੈ ਉਹਦੇ 'ਚ ਲਿਖਿਆ ਹੁੰਦਾ ਸਾਫ਼-ਸਾਫ਼ ਕਿ ਤੁਸੀਂ ਵਾਪਸ ਨਹੀਂ ਆਉਣਾ, ਲੇਕਿਨ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਤੇ ਨਾ ਕਿਤੇ ਉਸ ਲੈਟਰ ਦੇ ਵਿੱਚ ਇਹ ਵੀ ਲਿਖਿਆ ਹੁੰਦਾ ਹੈ ਕਿ ਰੀਅਪਲਾਈ ਇਫ ਸਿਚੁਏਸ਼ਨ ਚੇਂਜਸ। ਬਿਲਕੁਲ। ਮਤਲਬ ਉਹਦਾ ਰੀਜ਼ਨ ਕੀ ਆ ਬੇਸਿਕਲੀ? ਇਹ ਤੁਸੀਂ ਥੋੜੀ ਜਿਹੀ ਟਾਈਮ ਲਗਾ ਕੇ 1.5 ਮਿੰਟ ਦਾ ਟਾਈਮ ਲਗਾ ਕੇ ਇਹਦੇ ਉੱਪਰ ਤੁਸੀਂ ਬੱਚਿਆਂ ਨੂੰ ਕਲੀਅਰ ਕਰੋ, ਪਰਿਵਾਰ ਨੂੰ ਵੀ ਕਲੀਅਰ ਹੋਏ, ਕਿਉਂਕਿ ਕਿਸੇ ਨਾ ਕਿਸੇ ਜਿਹਨਾਂ ਬੱਚਾ ਡਰਦਾ ਹੈ ਪਰਿਵਾਰ ਵੀ ਡਰਦਾ ਹੈ। ਬਿਲਕੁਲ ਰਿੱਕੀ ਜੀ। ਦੇਖੋ ਇੱਕ ਚੀਜ਼ ਦੇਖਣ ਵਾਲੀ ਇਹ ਹੈਗੀ ਹੈ ਕਿ ਰਿਫਿਊਜ਼ਲ ਹੋ ਗਈ ਮੰਨ ਲਓ ਕਿਸੇ ਸਟੂਡੈਂਟ ਦੀ, ਤੇ ਜਿਹੜੇ ਐਕਸਪਰਟਸ ਨੇ, ਮੰਨ ਲਓ ਅਸੀਂ ਹੈਗੇ 2003 ਤੋਂ ਕੰਮ ਕਰਦੇ ਪਏ ਹਾਂ, CICC ਮੈਂਬਰ, ਕੈਨੇਡਾ ਐਮਬੈਸੀ ਦੀ ਵੈਬਸਾਈਟ 'ਤੇ ਨਾਮ, ਬਹੁਤ ਸਾਰੇ ਆਫਿਸਿਸ ਇੰਡੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਇੰਨੇ ਸਾਰੇ ਹਜ਼ਾਰਾਂ ਕੇਸਿਸ ਲਾਉਂਦੇ ਆ, ਪਰਸਨਲ ਮੇਰੀ ਕੇਅਰ ਹੁੰਦੀ ਹੈ। ਸੋ ਇਹ ਇਹੋ ਜਿਹੇ ਔਰ ਫਿਰ ਤੁਸੀਂ ਕੋਈ ਵੀ ਡਾਟਾ, ਕੋਈ ਵੀ ਮੈਂ ਗੱਲ ਕਰਦਾ ਜਾਂ ਮੇਰੇ ਸਟਾਫ ਮੈਂਬਰ, ਮੇਰੇ ਕਾਉਂਸਲਰ ਗੱਲ ਕਰਦੇ ਆ, ਸਾਡੇ ਉਹ ਜਿਹੜੀ ਸਾਰੇ ਸੌਫਟਵੇਅਰ ਸਿਸਟਮ ਦੇ ਉੱਪਰ, ਕੰਪਿਊਟਰ ਦੇ ਉੱਪਰ ਸਾਰੀ ਡਿਟੇਲ ਲਿਖੀਆਂ ਹੁੰਦੀਆਂ, ਪਿਛਲੇ ਸਾਰੇ ਕੇਸਿਸ ਦੀ ਡਿਟੇਲਾਂ, 1000 ਕੇਸਿਸ ਦੀ ਡਿਟੇਲਾਂ ਦੇਖ ਸਕਦੇ ਹੋ ਤੁਸੀਂ, ਆਪ ਬੈਠ ਕੇ ਘੰਟਾ ਲਾ ਕੇ ਉਹ ਦੇਖ ਲਓ। ਲੇਕਿਨ ਮਨ ਦੀ ਤਸੱਲੀ ਕਰਕੇ ਆਪਾਂ ਨੂੰ ਕੰਸਲਟੈਂਟ 'ਤੇ ਫੇਥ ਕਰਨਾ ਪਏਗਾ ਔਰ ਇਸ ਜਿਹੜੀਆਂ ਵੀ ਗੱਲਾਂ ਕਰਨਗੇ, ਕਿਉਂਕਿ ਕੰਸਲਟੈਂਟ ਰਿਫਿਊਜ਼ਲ ਤੋਂ ਬਾਅਦ ਅਲੱਗ-ਅਲੱਗ ਕੰਸਲਟੈਂਟਸ ਅਲੱਗ-ਅਲੱਗ ਗੱਲਾਂ ਕਰਨਗੇ। ਬਿਲਕੁਲ। ਸੋ ਇਹ ਜਿਹੜੀ ਹੈ CICC ਮੈਂਬਰ, ਕੈਨੇਡਾ ਐਮਬੈਸੀ ਦੀ ਵੈਬਸਾਈਟ 'ਤੇ ਨਾਮ ਵੀ ਚੈੱਕ ਕਰੋ, ਆਪਣੀ ਤਸੱਲੀ ਕਰੋ, ਸਾਰੀ ਡਿਟੇਲ ਚੈੱਕ ਕਰੋ। ਸੋ ਇਹ ਜਿਹੜੀ ਤੁਸੀਂ ਗੱਲ ਕੀਤੀ ਰਿਫਿਊਜ਼ਲ ਲੈਟਰ ਦੇ ਉੱਪਰ ਲਿਖਿਆ ਹੈ, ਜਿਹੜਾ ਵੀ ਕੁਝ ਲਿਖਿਆ ਹੈ, ਇੱਕ ਲਿਖਿਆ ਹੁੰਦਾ ਕਿ ਤੁਸੀਂ ਵਾਪਸ ਨਹੀਂ ਆਓਗੇ ਸਾਨੂੰ ਲੱਗਦਾ ਹੈ, ਦੂਸਰਾ ਲਿਖਿਆ ਹੁੰਦਾ ਤੁਹਾਡਾ ਕੋਰਸ ਰੈਲੇਵੈਂਟ ਨਹੀਂ ਹੈ, ਟੇਕਿੰਗ ਇਨਟੂ ਕੰਸੀਡਰੇਸ਼ਨ ਯੂਅਰ ਪ੍ਰੀਵੀਅਸ ਐਜੂਕੇਸ਼ਨ, ਯੂਅਰ IELTS, ਯੂਅਰ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ, ਯੂਅਰ ਸੈਟਲਮੈਂਟ ਐਬਿਲਿਟੀ ਵਗੈਰਾ ਕਰਕੇ 7-8 ਪੁਆਇੰਟਸ ਲਿਖੇ ਹੁੰਦੇ ਕੋਮੇ। ਸੋ ਇਹ ਇੱਕ ਜਨਰਲ ਲੈਟਰ ਹੈਗੀ ਹੈ ਜਿਹੜੀ ਕਿ 1000 ਰਿਫਿਊਜ਼ਲ ਪੰਜਾਬ ਵਿੱਚ ਹੋਏਗੀ ਤੇ 1000 ਦੇ 1000 ਨੂੰ ਸੇਮ ਲੈਟਰ ਉੱਪਰ ਨਾਮ ਚੇਂਜ ਕਰਕੇ ਦਿੱਤੀ ਜਾਏਗੀ। ਉਸ ਦਾ ਵੀ ਡੋਂਟ ਨੀਡ ਟੂ ਗੋ ਇਨਟੂ ਡਿਟੇਲਸ ਦਾ ਮਤਲਬ ਆਮ ਤੌਰ ਤੇ ਸਟੂਡੈਂਟਸ ਨੂੰ ਉਸ ਦੀ ਸਮਝ ਨਹੀਂ ਆਏਗੀ ਔਰ ਉਹਦੇ 'ਚ ਲਿਖਿਆ ਹੁੰਦਾ ਹੈ ਕਿ ਯੂ ਆਰ ਵੈਲਕਮ ਟੂ ਰੀਅਪਲਾਈ ਇਫ ਦਾ ਸਿਚੁਏਸ਼ਨ ਚੇਂਜਸ। ਬਿਲਕੁਲ। ਤੇ ਲੇਕਿਨ ਹੁਣ ਲਿਖਿਆ ਤੇ ਹੁੰਦਾ ਸਿਚੁਏਸ਼ਨ ਚੇਂਜਸ, ਲੇਕਿਨ ਸਾਨੂੰ ਪਤਾ ਹੈ ਕਿ ਬੱਚੇ ਦੇ ਮੰਨ ਲਓ 80% ਮਾਰਕਸ ਨੇ ਔਰ ਕਾਲਜ ਸਹੀ ਹੈ, ਕੋਰਸ ਸਹੀ ਹੈ, ਬੈਂਡਸ 8 ਬੈਂਡ ਨੇ, ਸਾਰਾ ਕੁਝ ਸਹੀ ਹੈ, ਐਮਬੈਸੀ ਨੇ ਗਲਤੀ ਨਾਲ ਜਿਹੜੀ ਹੈ ਰਿਫਿਊਜ਼ਲ ਲਗਾ ਦਿੱਤੀ ਤੇ ਉਸ ਦੇ ਵਿੱਚ ਅਸੀਂ ਉਸ ਨੂੰ ਦੁਬਾਰਾ ਅਪਲਾਈ ਕਰਦੇ ਹਾਂ, ਸਿਚੁਏਸ਼ਨ ਨਹੀਂ ਵੀ ਚੇਂਜ ਹੁੰਦੀ, ਸੇਮ ਕਾਲਜ ਸੇਮ ਕੋਰਸ ਦੇ ਵਿੱਚ ਵੀ ਅਸੀਂ ਜ਼ਿਆਦਾਤਰ ਰਿਫਿਊਜ਼ਲ ਕੇਸਿਸ ਨੂੰ ਸੇਮ ਕਾਲਜ ਸੇਮ ਕੋਰਸ ਦੇ ਵਿੱਚ ਅਸੀਂ ਅਪਲਾਈ ਕਰਦੇ ਹਾਂ ਔਰ ਸਟੂਡੈਂਟ ਦੀ ਇੱਕ ਚਿੰਤਾ ਹੁੰਦੀ ਹੈ ਕਿ ਜੀ ਇਹ ਤਾਂ ਕੁਝ ਚੇਂਜ ਨਹੀਂ ਹੋਇਆ, ਸੇਮ ਕਾਲਜ ਸੇਮ ਕੋਰਸ ਸੇਮ SOP ਸੇਮ ਸਭ ਕੁਝ, ਵੀਜ਼ਾ ਚੇਂਜ ਤਾਂ ਹੋ ਵੀ ਨਹੀਂ ਸਕਦੀ ਕੁਝ ਐਕਚੁਅਲੀ ਜੀ। ਸੋ ਆਲਰੇਡੀ ਸਭ ਕੁਝ ਵਧੀਆ ਸੀਗਾ ਤੇ ਅਸੀਂ ਜਦੋਂ ਦੁਬਾਰਾ ਅਪਲਾਈ ਕਰਦੇ ਹਾਂ ਡਿਫਰੈਂਟ ਵੀਜ਼ਾ ਆਫੀਸਰ ਕੋ ਚੇਂਜ ਕੀ ਹੁੰਦਾ, ਵੀਜ਼ਾ ਆਫੀਸਰ ਡਿਫਰੈਂਟ ਹੋ ਜਾਂਦਾ ਹੈ। ਸੋ ਇਹ ਕਿ ਜੀ ਇੱਕ ਜਿਹੜੀ ਗੱਲ ਦੇਖੀ ਗਈ ਹੈਗੀ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮਤਲਬ ਇਹ ਕਿ ਕੰਪਿਊਟਰਾਈਜ਼ਡ ਚੈਕਿੰਗ ਦਾ ਸਾਹਮਣੇ ਆਇਆ ਹੈ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇੱਕ ਸੌਫਟਵੇਅਰ ਹੈ ਇੱਕ ਤਰ੍ਹਾਂ ਦਾ ਜਿਹੜੇ ਬੱਚੇ ਦੇ ਡਾਕੂਮੈਂਟ ਚੈੱਕ ਕਰਦਾ ਹੈ, ਉਹਨਾਂ ਨੇ ਇੱਕ ਸੌਫਟਵੇਅਰ ਰੱਖਿਆ ਹੈ, ਉਹਦੇ ਵਿੱਚ ਉਹ ਤੁਹਾਡਾ ਪ੍ਰੋਫਾਈਲ ਅਪਲੋਡ ਕਰਨਗੇ, ਉਹ ਕੰਪਿਊਟਰ ਨਾਲ ਰਿਫਿਊਜ਼ਲ ਦੇਣੀ ਹੈ ਬੇਸਿਕਲੀ। ਟੈਕਨੀਕਲ ਐਰਰ ਦੀ ਵਜ੍ਹਾ ਨਾਲ ਵੀ ਰਿਫਿਊਜ਼ਲ ਹੋ ਸਕਦੀ ਹੈ। ਇਹ ਸਾਰੀ ਜਿਹੜੀ ਆ ਸਾਡਾ ਤਜਰਬਾ ਕੀ ਕਹਿੰਦਾ ਕਿ ਇੱਕ ਸੇਮ ਸਭ ਕੁਝ ਸਹੀ ਹੈ, ਉਸ ਨੂੰ ਦੁਬਾਰਾ ਕੇਸ ਨੂੰ ਲਗਾ ਦਈਏ ਵੀਜ਼ਾ ਆ ਜਾਏਗਾ। 10 ਰਿਫਿਊਜ਼ਲਾਂ ਤੋਂ ਬਾਅਦ ਵੀ ਸਟੂਡੈਂਟ ਨੇ ਆਪਣੇ ਵੀਜ਼ਾ ਲਿੱਤੇ ਹੋਏ ਨੇ ਔਰ ਪਾਇਨੀਅਰ ਇਮੀਗ੍ਰੇਸ਼ਨ ਨੇ ਲੈ ਕੇ ਦਿੱਤੇ ਹੋਏ ਨੇ। ਇਸੇ ਕਰਕੇ ਤੁਸੀਂ ਜਦੋਂ ਆਉਣਾ ਹੁੰਦਾ ਵਿਸ਼ਵਾਸ ਦੇ ਨਾਲ ਆਇਆ ਕਰੋ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਇਆ ਕਰੋ, ਸਾਹਮਣੇ ਬੈਠ ਕੇ ਜਿਹੜੀ ਹੈ ਗੱਲਬਾਤ ਕਰਨ ਤੋਂ ਬਾਅਦ ਜਿਹੜੀ ਹੈ ਤੁਸੀਂ ਆਪਣੀ ਫਾਈਲ ਡਿਪੋਜ਼ਿਟ ਕਰਾਇਆ ਕਰੋ। ਹੁਣ ਸਾਨੂੰ ਦਿਓ ਇਜਾਜ਼ਤ, ਧੰਨਵਾਦ ਜੀ।